लाखों किसान इस सर्दी में बैठा है, इसको देख के पत्थर पिघल जाए, तुम्हारा कलेजा नहीं पिघलता इससे? सो मीटिंग ਤੋਂ ਮੀਟਿੰਗ ਅਸੀਂ ਮੀਟਿੰਗ 4 ਨੂੰ 7 ਦੀ ਮੀਟਿੰਗ ਹੋ ਜੂਗੀ, 7 ਨੂੰ 9 ਦੀ ਹੋ ਜੂਗੀ, ਇਹਦਾ ਮਤਲਬ ਅਸੀਂ ਕਰੀਏ ਨਾ ਕੁਝ। ਉਹ ਜੇ ਅਥਾਰਟੇਰੀਅਨ ਆ, ਡਿਕਟੇਟਰਸ਼ਿਪ ਆ, ਫਾਸਿਸਟ ਆ, ਮੂੰਹ 'ਚ ਰਾਮ ਰਾਮ ਬਗਲ 'ਚ ਉਹਦੇ ਛੁਰੀ ਆ। इतना घमंडी और इतना निठल्ला नहीं होना चाहिए। हाथ जोड़ के कहना चाहिए हमारी से गलती होगी, और किसान भाइयों सम्मान के साथ आप घर जाओ और हम तीनों को वापस ले रहे हैं, बात ही कुछ नहीं है। इनमें से कोई बंदा खड़ा होकर चुनाव लड़े तो लड़े, मगर मैं चाहता हूं अगला चुनाव किसान के सवाल पे लड़ा जाए। किसान जाग चुका है, इन्होंने सोया हुआ शेर उठा दिया, और आने वाले समय में देश का जो प्रधानमंत्री होगा वो किसान का बेटा होगा। ਸਗੋਂ ਲੋਕ ਤਾਂ ਸਾਨੂੰ ਇਹ ਕਹਿ ਰਹੇ ਨੇ ਤੁਸੀਂ ਕਰ ਨਹੀਂ ਰਹੇ ਕੁਝ। अगर 4 तारीख को अच्छा फैसला नहीं निकला तो हम 6 तारीख को केएमपी एक्सप्रेसवे पे जाएंगे, शाहजहांपुर बॉर्डर में आगे बढ़ेंगे। अगर मिल गया तो आपको लड्डू खिलाएंगे, प्रधानमंत्री को थैंक यू वेरी मच बोलेंगे। ਤਾਂ ਜਦੋਂ ਸ਼ਾਸਤਰੀ ਮਰਿਆ ਸੀ ਨਾ ਪਾਕਿਸਤਾਨ ਦੀ ਲੜਾਈ ਨਾਲ ਤਾਸ਼ਕੰਦ ਦੇ ਵਿੱਚ ਰੂਸ 'ਚ, ਉਦੋਂ ਮੈਂ ਵੀ ਰੋਇਆ ਸੀ। ਪਰ ਉਦੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਆਏ ਨੇ, ਉਹ ਪਤਾ ਨਹੀਂ ਪ੍ਰਧਾਨ ਮੰਤਰੀ ਦੇਸ਼ ਦੇ ਹੋ ਸਕਦੇ, ਸਾਨੂੰ ਤਾਂ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਝੂਠ ਮਾਰਦੇ ਨੇ ਸਾਰੇ। ਜਾਂ ਸਾਡੇ ਵਿੱਚੋਂ ਕਿਸੇ ਨੇ ਮੰਨ ਲਓ ਕੱਲ ਨੂੰ 4 ਬੰਦਿਆਂ ਨੇ ਇਹ ਐਲਾਨ ਕਰਤਾ ਵੀ ਅਸੀਂ ਪੋਲੀਟੀਕਲ ਪਾਰਟੀ ਬਣਾ ਕੇ ਕਰਾਂਗੇ, फिर साडा आंदोलन कामयाब नहीं हो सकता। जहाँ जहाँ एनडीए एलाइंस हैं उनको हम पूछेंगे तुम ऐसी पार्टी के साथ अलायंस में कैसे हो? अगर वो किसान विरोधी है तो तुम भी किसान विरोधी हो। उधर कुआ और इधर खाई। अगर सरकार छोड़ता है तो मर गया, और किसानों के साथ आता है तो मर गया। ਪਹਿਲੀਆਂ 2 ਗੱਲਾਂ ਸਾਡੀਆਂ ਮੁੱਖ ਨੇ। ਪ੍ਰਾਇਮਰੀ ਅਸਲੀ ਹਾਥੀ ਸਾਡਾ ਉਹ ਆ, ਉਹਦਾ ਪੂਛ ਸੀ, ਜਿਹੜੀ ਪੂਛ ਸਾਡੇ ਕੋਲ ਪਛਾਣੀ ਨਹੀਂ ਜਾਂਦੀ ਹਾਥੀ ਦੀ ਕਿਹੜੀ ਦੀ ਸੀ। प्रधानमंत्री जी को नरेंद्र मोदी से वार्ता करने की जरूरत है कि भाई तेरी नाक बड़ी है या कि 15 करोड़ लोगों का दुख सुख बड़ा है। 26 जनवरी का झंडा जो लहराएगा वो किसान लहराएगा। किसानी अंदोलन जारी है। दिल्ली की घेराबंदी कीतिਆਂ ਨੂੰ 37 दिन हो चुके ने। 4 जनवरी ਨੂੰ किसान ਜਥੇਬੰਦੀਆਂ ਦੀ ਕੇਂਦਰ ਦੇ ਨਾਲ ਦੁਆਰਾ ਗੱਲਬਾਤ ਹੋਣ ਜਾਰੀ ਹੈ, ਪਰ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਐਲਾਨ ਦਿੱਤੀ ਹੈ। ਜੇ 4 ਜਨਵਰੀ ਵਾਲੀ ਬੈਠਕ ਸਿਰੇ ਨਹੀਂ ਚੜ੍ਹਦੀ ਤਾਂ ਉਹਨਾਂ ਨੇ ਜਿਹੜੇ ਵੱਡੇ ਐਲਾਨ ਕੀਤੇ ਨੇ, ਉਹਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫੈਸਲਾ ਹੈ ਉਹ ਇਹ ਹੈਗਾ ਕਿ 6 जनवरी ਨੂੰ KMP ਹਾਈਵੇ ਬੰਦ ਕੀਤਾ ਜਾਵੇਗਾ। ਉਸ ਤੋਂ ਬਾਅਦ 23 जनवरी ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਜਯੰਤੀ ਮੌਕੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ, ਤੇ 6 ਤੋਂ 20 जनवरी ਤੱਕ ਸਰਕਾਰ ਖਿਲਾਫ ਕੀਤੇ ਜਾਣਗੇ ਰੋਸ ਪ੍ਰਦਰਸ਼ਨ। ਤੇ ਅੱਜ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਵੱਡੀ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਆਖਣਾ ਹੈ ਕਿ ਪੰਜਾਬ ਸਰਕਾਰ ਗੰਨੇ ਦਾ ਬਕਾਇਆ ਤੁਰੰਤ ਜਾਰੀ ਕਰੇ, ਨਹੀਂ ਤਾਂ ਵਿਧਾਨ ਸਭਾ ਵੱਲ ਟਰੈਕਟਰਾਂ ਦੇ ਰੁਖ ਮੋੜ ਦਿੱਤੇ ਜਾਣਗੇ। ट्रैक्टर मार्च विधान सभा वाल किया जाएगा। आने वाले समय के पंजाब सरकार के विरुद्ध भी मोर्चा खोलिया जाएगा। इत्थे साडी ਵੱਖ-ਵੱਖ जथेबंदियां के आगुआं नाल गलबात हुई है, उन्हां नाल गलबात की हुई आओ तुहानूं सुणाउने आ। सब तो पहले मैं जानना चाहुंदा कि एक बारी तुसीं ब्रीफ कर दो कि अज किहड़े-किहड़े तुसीं फैसले लए ने। ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਲਿਆ ਕਿ 4 ਤਰੀਕ ਨੂੰ ਸਾਡੀ ਮੀਟਿੰਗ ਤੇ 5 ਤਰੀਕ ਨੂੰ ਸੁਪਰੀਮ ਕੋਰਟ ਦੀ ਤਰੀਕ ਦਾ ਵੇਟ ਕਰਾਂਗੇ ਕੀ ਹੁੰਦਾ। ਅਗਰ ਦੋਨਾਂ 'ਚੋਂ ਕੁਝ ਨਹੀਂ ਨਿਕਲਦਾ 6 ਤਰੀਕ ਨੂੰ ਅਸੀਂ KMP ਤੇ ਕੁੰਡਲੀ ਮਾਨੇਸਰ ਪਲਵਲ ਜਿਹੜਾ ਹਾਈਵੇ ਹੈ ਇਹਦੇ ਤੇ ਟਰੈਕਟਰ ਮਾਰਚ ਦਾ ਜੋ ਪਹਿਲਾਂ ਅਸੀਂ ਪੋਸਟਪੋਨ ਕੀਤਾ ਉਹਨੂੰ ਰੀਇੰਪਲੀਮੈਂਟ ਕਰਾਂਗੇ। 6 ਤੋਂ ਲੈ ਕੇ 20 ਤੱਕ 2 ਹਫ਼ਤੇ ਨੇ ਜਿਹੜੇ, ਇਹ 2 ਹਫ਼ਤੇ ਪੂਰੇ ਦੇਸ਼ ਦੇ ਅੰਦਰ ਇੱਕ ਕਾਲ ਦਿੱਤੀ ਹੈ ਕਿ ਇਹ ਕਾਲ ਪੂਰੇ ਦੇਸ਼ ਦੇ ਅੰਦਰ ਵੱਖੋ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਵੱਡੀਆਂ ਰੈਲੀਆਂ, ਧਰਨੇ, ਪ੍ਰੋਗਰਾਮ, ਮਾਸ ਪ੍ਰੋਗਰਾਮ ਕੀਤੇ ਜਾਣ। ਉਸ ਤੋਂ ਬਾਅਦ 23 ਤਰੀਕ ਨੂੰ ਸੁਭਾਸ਼ ਚੰਦਰ ਬੋਸ ਦਾ ਜਿਹੜਾ ਦਿਨ ਹੈ, ਉਸ ਦਿਨ ਦੇ ਉੱਤੇ ਵੀ ਲੋਕਾਂ ਨੂੰ ਸੱਦਾ ਕਿ ਸਪੈਸ਼ਲ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਯਾਦ ਕਰਦੇ ਹੋਏ ਉਸ ਦਿਨ ਦੇ ਉੱਤੇ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ। ਦਰਸ਼ਨਪਾਲ ਜੀ, 4 जनवरी ਨੂੰ ਬੈਠਕ ਹੋਣੀ ਹੈ, ਉਸ ਤੋਂ ਪਹਿਲਾਂ ਹੀ ਤੁਸੀਂ ਅੱਜ ਫੈਸਲੇ ਲੈ ਲਏ ਨੇ, ਅਗਲੀ ਰਣਨੀਤੀ ਐਲਾਨ ਦਿੱਤੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਵੇਟ ਕਰਨੀ ਚਾਹੀਦੀ ਸੀ, ਉਸ ਤੋਂ ਬਾਅਦ ਤੁਹਾਨੂੰ ਡਿਸੀਜਨ ਲੈਣੀ ਚਾਹੀਦੀ ਸੀ? ਇਸ ਰਣਨੀਤੀ ਲਈ ਤੁਸੀਂ ਇਸ ਦਾ ਮਤਲਬ ਕੀ ਨਿਕਲਦਾ ਇਸ ਰਣਨੀਤੀ ਦਾ? ਨਹੀਂ ਦੇਖੋ, ਪ੍ਰੋਟੈਸਟ ਸਾਡਾ ਚੱਲ ਰਿਹਾ, ਧਰਨੇ ਸਾਡੇ ਚੱਲ ਰਹੇ ਨੇ, ਅਸੀਂ ਲੋਕਾਂ ਨੂੰ ਵੀ ਅਸਲ 'ਚ ਕਿਸੇ ਮੋਸ਼ਨ 'ਚ ਮੂਵਮੈਂਟ 'ਚ ਰੱਖਣਾ। ਸਗੋਂ ਲੋਕ ਤਾਂ ਸਾਨੂੰ ਇਹ ਕਹਿ ਰਹੇ ਨੇ ਤੁਸੀਂ ਕਰ ਨਹੀਂ ਰਹੇ ਕੁਛ, ਕਰ ਸੱਦਾ ਦੇਣਾ ਚਾਹੀਦਾ ਕੋਈ ਤੁਹਾਨੂੰ। ਅਸੀਂ ਤਾਂ ਬੜੇ ਹਲਕੇ ਜਿਹੇ ਸੱਦੇ ਦੇ ਰਹੇ ਲੋਕਾਂ ਨੂੰ। ਸੋ ਇਹ ਲੋਕਾਂ ਦੇ ਅਸਲ 'ਚ ਇੰਨੀ ਠੰਡ ਦੇ ਵਿੱਚ ਇੰਨੇ ਸਮੇਂ ਦੇ ਲਈ ਲੰਬੇ ਸਮੇਂ ਤੋਂ ਲੋਕ ਸੰਘਰਸ਼ ਨੇ, ਉਹਦੇ 'ਚ ਜੇ ਅਸੀਂ ਲੋਕਾਂ ਨੂੰ ਕਿਸੇ ਐਕਟੀਵਿਟੀ ਜਾਂ ਬਾਹਰਲੇ ਸੂਬਿਆਂ 'ਚ ਅਸੀਂ ਐਕਟੀਵਿਟੀ ਨਹੀਂ ਪਾਵਾਂਗੇ ਤਾਂ ਸਾਡੀ ਸੁਣੂਗਾ ਕੌਣ? ਸਰਕਾਰ ਸੁਣੂਗੀ ਉਹ ਨਹੀਂ।
ਸੋ ਮੀਟਿੰਗ ਤੋਂ ਮੀਟਿੰਗ ਅਸੀਂ ਮੀਟਿੰਗ 4 ਨੂੰ 7 ਦੀ ਮੀਟਿੰਗ ਹੋ ਜੂਗੀ, 7 ਨੂੰ 9 ਦੀ ਹੋ ਜੂਗੀ। ਇਹਦਾ ਮਤਲਬ ਅਸੀਂ ਕਰੀਏ ਨਾ ਕੁਝ, ਸਾਨੂੰ ਕਰਨਾ ਹੀ ਚਾਹੀਦਾ ਹੈ, ਤਾਂ ਹੀ ਮੀਟਿੰਗਾਂ ਦੇ ਵਿੱਚੋਂ ਕੋਈ ਫਲ ਨਿਕਲੂਗਾ। ਅੱਜ ਦੇ ਜਿਹੜੇ ਫੈਸਲੇ ਨੇ ਇਸ ਨੂੰ ਕੀ ਮੰਨ ਸਕਦੇ ਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਲੱਗ ਰਿਹਾ ਕਿ 4 ਜਨਵਰੀ ਨੂੰ ਕੋਈ ਮਸਲਾ ਹੱਲ ਹੋਏਗਾ? ਜਿਹੜੇ 2 ਵੱਡੀਆਂ ਮੰਗਾਂ ਨੇ 3 ਖੇਤੀ ਕਾਨੂੰਨ ਤੇ MSP ਦੀ ਕਾਨੂੰਨੀਕਰਨ, ਕੀ ਸਰਕਾਰ ਉਹ ਮੰਨੂਗੀ ਜਾਂ ਨਹੀਂ ਮੰਨੂਗੀ? 2 ਵੱਡੀਆਂ ਮੰਗਾਂ ਨੇ, ਇਸ ਕਰਕੇ ਸਰਕਾਰ ਜਿੰਨੇ ਪ੍ਰੈਸ਼ਰ ਨਾਲ ਉਹ 2 ਛੋਟੀਆਂ ਮੰਗਾਂ ਮੰਨੀਆਂ ਸੀ, ਸੋਚੇ 19 ਪ੍ਰੈਸ਼ਰ ਦੇ ਨਾਲ ਹੁਣ 4 ਤਰੀਕ ਨੂੰ ਵੱਡੀਆਂ ਮੰਗਾਂ ਮੰਨੀਆਂ ਜਾਣਗੀਆਂ। ਲੱਗਦਾ ਮੈਨੂੰ ਤਾਂ ਨਹੀਂ ਲੱਗਦਾ, ਇਹ ਮੈਨੂੰ ਨਹੀਂ ਲੱਗਦਾ, ਮੈਨੂੰ ਤੁਹਾਨੂੰ ਵੀ ਨਹੀਂ ਲੱਗਦਾ, ਕਿਸੇ ਨੂੰ ਵੀ ਨਹੀਂ ਲੱਗਦਾ ਹੋਣਾ। ਸਰਕਾਰ ਨੂੰ ਅਸਲ 'ਚ ਇੱਕ ਵੱਡਾ ਦੇਸ਼ ਵਿਆਪੀ ਅੰਦੋਲਨ ਹੋਰ ਚਾਹੀਦਾ, ਮਤਲਬ ਕਿ ਵਧਣਾ ਚਾਹੀਦਾ। ਇਹ ਤਾਂ ਸਰਕਾਰ ਹੈ ਜਿਹੜੀ ਸਾਡੇ ਦੇਸ਼ ਦੀ, ਇਹ ਥੋੜਾ ਮੰਨਣ ਵਾਸਤੇ ਤਿਆਰ ਹੋਊਗੀ। ਦਿਸ ਇਜ਼ ਵਾਟ ਆਈ ਫੀਲ। ਮੇਰਾ ਆਖਰੀ ਸਵਾਲ, ਬਹੁਤ ਸਾਰੇ ਸਿਆਸਤਦਾਨ ਕਹਿ ਰਹੇ ਨੇ ਕਿ ਇਹ ਅੰਦੋਲਨ ਗੈਰ ਸਿਆਸੀ ਰਹਿ ਹੀ ਨਹੀਂ ਸਕਦਾ, ਅਖੀਰ ਦੇ ਵਿੱਚ ਇਸ ਨੂੰ ਵੀ ਸਿਆਸੀ ਰੰਗਤ ਹੀ ਮਿਲੇਗੀ। ਤੁਹਾਡਾ ਕੀ ਮੰਨਣਾ ਹੈ ਕਿ ਇਸ ਅੰਦੋਲਨ ਨੂੰ ਗੈਰ ਸਿਆਸੀ ਰੱਖ ਸਕਦੇ ਹੋ ਤੁਸੀਂ, ਕੀ ਰਹਿ ਸਕਦਾ ਹੈ? ਹਾਂ, ਮੈਨੂੰ ਲੱਗਦਾ ਸਾਡੀ ਕਾਮਯਾਬੀ ਇਸੇ ਗੱਲ 'ਚ ਹੈ, ਇਹਨੂੰ ਅਹਿੰਸਕ ਰੱਖਣਾ, ਇਹਨੂੰ ਗੈਰ ਸਿਆਸੀ ਰੱਖਣਾ। ਇਹਦੀ ਜਨਤਕ ਪੱਖ ਹੈ ਜਿਹੜਾ ਕਿਸਾਨਾਂ ਤੇ ਆਮ ਲੋਕਾਂ ਦਾ, ਉਹ ਪਹਿਲੂ ਨੂੰ ਵਧਾਉਣਾ ਅੱਗੇ, ਉਸ ਪਹਿਲੂ ਨੂੰ ਵਧਾਉਣਾ ਹੀ ਨਹੀਂ, ਉਹਨੂੰ ਵਿਸ਼ਾਲ ਵੀ ਕਰਨਾ, ਉਹਨੂੰ ਹੋਰ ਜ਼ਿਆਦਾ ਕਰਨਾ। ਗੈਰ ਸਿਆਸੀ ਮੈਂ ਕਹਿੰਦਾ ਕਿ ਜੇ ਸਾਡੀ ਇਸ ਮੰਚਾਂ ਨੂੰ, ਸਾਡੇ ਮਾਸਜ ਨੂੰ ਅਗਰ ਕੋਈ ਪਾਰਟੀਆਂ ਆ ਕੇ ਖਿੱਚ ਕੇ ਲੈ ਗਈਆਂ, ਜਾਂ ਸਾਡੇ ਵਿੱਚੋਂ ਹੀ ਕਿਸੇ ਨੇ ਮੰਨ ਲਓ ਕੱਲ੍ਹ ਨੂੰ 4 ਬੰਦਿਆਂ ਨੇ ਇਹ ਐਲਾਨ ਕਰਤਾ ਵੀ ਅਸੀਂ ਪੋਲੀਟੀਕਲ ਪਾਰਟੀ ਬਣਾ ਕੇ ਕਰਾਂਗੇ, ਫਿਰ ਸਾਡਾ ਅੰਦੋਲਨ ਕਾਮਯਾਬ ਨਹੀਂ ਹੋ ਸਕਦਾ। ਉਹੀ ਸਾਡੀ ਮੂਲ ਮੰਤਰ ਹੈ ਕਾਮਯਾਬੀ ਵੱਲ ਜਾਣ ਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਕਿਹਾ ਕਿ ਜਿਹੜੇ ਕਿਸਾਨ ਸਿਆਸਤਦਾਨਾਂ ਦੇ ਘਰਾਂ ਵਿੱਚ ਜਾ ਰਹੇ ਨੇ ਜਾਂ ਗੋਬਰ ਸੁੱਟ ਕੇ ਆ ਰਹੇ ਨੇ, ਜਿਵੇਂ ਤੀਕਸ਼ਣ ਸੂਦ ਦੇ ਘਰ ਅੱਜ ਗੋਬਰ ਸਿੱਟ ਕੇ ਆਏ ਨੇ ਕੁਝ ਕਿਸਾਨ ਜਾ ਕੇ, ਤੁਸੀਂ ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਿ ਇਸ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹੋਰ ਖਰਾਬ ਹੋ ਸਕਦਾ? ਨਹੀਂ, ਇਹ ਮਤਲਬ ਕਿ ਇਸ ਕਿਸਮ ਦਾ ਨਹੀਂ ਠੀਕ ਹੈ। ਬੜੇ ਜਨਤਕ ਤਰੀਕੇ ਨੇ ਪ੍ਰੋਟੈਸਟ ਕਰਨ ਦੇ। ਤੁਸੀਂ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਬੈਠ ਕੇ ਧਰਨਾ ਲਾਓ, ਤੁਸੀਂ ਉਹਨਾਂ ਨੂੰ ਕਾਲੇ ਝੰਡੇ ਦਿਖਾਓ, ਉਹਨਾਂ ਦੇ ਖਿਲਾਫ ਨਾਅਰੇ ਲਾਓ। ਉਹ ਜਿਹੜਾ ਮਾਸ ਪ੍ਰੋਟੈਸਟ ਹੈ, ਜੇ ਕਿਸੇ ਦੇ ਗੋਬਰ ਸਿੱਟ ਕੇ ਆਉਣਾ ਜਾਂ ਹੋਰ ਕਰਕੇ ਆਉਣਾ, ਅਗਰ ਜਾ ਕੇ ਇਹਨੇ ਮੈਨੂੰ ਨਹੀਂ ਪਤਾ, ਲੇਕਿਨ ਉਹ ਗਲਤ ਕੀਤਾ ਇਸ ਕਿਸਮ ਦਾ। ਜਿਵੇਂ ਮੇਰੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰੀ ਪ੍ਰਧਾਨ ਹੈ BJP ਦਾ, ਉਹਦੀ ਕੋਠੀ ਦੇ 2 ਗੇਟ ਨੇ, 2 ਗੇਟਾਂ ਨੂੰ ਦੋਨੇ ਰੋਕ ਲਏ ਸਾਡੇ ਕਿਸਾਨਾਂ ਨੇ। ਮੈਨੂੰ ਪਤਾ ਲੱਗਿਆ, ਮੈਂ ਕਿਹਾ ਇੱਕ ਤਾਂ ਇਹਦੇ ਬੱਚੇ ਨੇ, ਵਾਈਫ ਹੈ, ਉਹਨਾਂ ਨੇ ਸਕੂਲ ਜਾਣਾ, ਇੱਕ ਗੇਟ ਦੇ ਅੱਗੇ ਧਰਨਾ ਲਾ ਕੇ ਰੱਖੋ, ਇੱਕ ਗੇਟ ਉਹਦਾ ਖੋਲ੍ਹੋ, ਕਿਉਂਕਿ ਤੁਸੀਂ ਘਰ ਹੈ, ਉਹ ਆਫਿਸ ਨਹੀਂ ਹੈ, ਉਹਦਾ ਘਰ ਹੈ, ਘਰ ਦੇ ਅੱਗੇ ਪ੍ਰੋਟੈਸਟ ਕਰ ਰਹੇ ਹੋ। ਇਹੀ ਕਾਫੀ ਵੱਡੀ ਗੱਲ ਹੈ ਅਗਲੇ ਨੂੰ ਬਦਨਾਮ ਕਰਨ ਲਈ ਜਾਂ ਉਹਨੂੰ ਮਜਬੂਰ ਕਰਨ ਲਈ, ਉੱਤੇ ਪ੍ਰੈਸ਼ਰ ਪਾਉਣ ਲਈ। ਸੋ ਜਿਹੜੇ ਕਹਿ ਲਓ ਵੀ ਜਿਹੜੇ ਜੈਨੂਨ ਤਰੀਕੇ ਨੇ, ਡੈਮੋਕ੍ਰੈਟਿਕ ਤਰੀਕੇ ਨੇ ਲੜਾਈ ਦੇ, ਉਹ ਸਾਡੇ ਸੰਘਰਸ਼ ਦੇ ਵਿੱਚ ਉਹੀ ਸਾਨੂੰ ਅਪਣਾਉਣੇ ਚਾਹੀਦੇ ਨੇ, ਉਹੀ ਵਧਾਉਣੇ ਚਾਹੀਦੇ ਨੇ, ਉਹਨਾਂ ਤੇ ਜ਼ੋਰ, ਤਾਂ ਹੀ ਜਨਤਾ ਸਾਡੇ ਨਾਲ ਆਊਗੀ। ਨਹੀਂ, ਲੋਕ ਹੌਲੀ ਹੌਲੀ ਪਿੱਛੇ ਹਟ ਜਾਣਗੇ ਸਾਡੇ ਤੋਂ। 4 ਜਨਵਰੀ ਦੀ ਬੈਠਕ ਤੋਂ ਪਹਿਲਾਂ ਕੋਈ ਅਪੀਲ ਕਰਨਾ ਚਾਹੋਗੇ ਪ੍ਰਧਾਨ ਮੰਤਰੀ ਨੂੰ? ਕੀ ਕੋਈ ਤੁਹਾਡੀ ਇੱਛਾ ਹੈ ਕਿ ਕਿਹੜਾ ਮੰਤਰੀ ਬੈਠਕ ਦੇ ਵਿੱਚ ਬੈਠਣਾ ਚਾਹੀਦਾ? ਨਹੀਂ, ਪ੍ਰਧਾਨ ਮੰਤਰੀ ਤਾਂ ਮੇਰੀ ਅਪੀਲ ਪਤਾ ਨਹੀਂ ਸੁਣਨਗੇ ਕਿ ਨਹੀਂ ਸੁਣਨਗੇ, ਪਰ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੀ ਆ ਜਿਹੜੇ ਬਾਰਡਰਾਂ ਦੇ ਉੱਤੇ ਲੋਕ ਬੈਠੇ ਨੇ, ਇਹਨਾਂ ਨਾਲ ਵੱਧ ਤੋਂ ਵੱਧ ਆ ਕੇ ਬੈਠੋ। ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਜਨਤਾ ਜਿਹੜੀ ਇਕੱਠੀ ਹੋ ਕੇ ਆਪੋ ਆਪਣੇ ਜ਼ਿਲ੍ਹਿਆਂ, ਬਲਾਕਾਂ ਤੇ ਸੂਬਿਆਂ ਦੇ ਵਿੱਚ ਪ੍ਰੋਟੈਸਟ ਕਰੋ। ਕਿਸਾਨਾਂ ਦੇ ਹੱਕ 'ਚ ਵੱਧ ਤੋਂ ਵੱਧ ਲੱਖਾਂ ਦੀ ਗਿਣਤੀ 'ਚ ਹੋਰ ਲੋਕਾਂ ਨੂੰ ਬਾਹਰ। ਮੇਰਾ ਮਤਲਬ ਕਿ ਉਹ 2 ਮੰਗਾਂ ਦੇ ਉੱਤੇ ਤੁਸੀਂ ਕੋਈ ਫੋਕਸ ਕਰਨਾ ਚਾਹੋਗੇ, ਕੁਝ ਗੱਲ ਉਹਨਾਂ ਨੂੰ ਪਹਿਲਾਂ ਹੀ ਕੇਂਦਰ ਦੇ ਕੰਨਾਂ 'ਚ ਪਾਉਣਾ ਚਾਹੁੰਦੇ ਹੋ? ਹਾਂ, 2 ਮੰਗਾਂ ਨਹੀਂ, ਮਤਲਬ ਕਿ 2 ਪਹਿਲੀਆਂ ਮੰਗਾਂ ਦਾ ਉਹ ਕਰਨਾ, ਰਿਟਨ ਉਹ ਲੈਣਾ, ਉਹਨਾਂ ਤੋਂ ਯਕੀਨ ਲੈਣਾ, ਤੇ ਦੂਜੀਆਂ 2 ਮੰਗਾਂ ਦੇ ਉੱਤੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਮਨਵਾਉਣ ਵਾਸਤੇ ਕੋਸ਼ਿਸ਼ਾਂ ਕਰਨੀਆਂ। ਇਹ ਤੇ ਲੱਗੇ ਹੋਏ ਆ, ਅਸੀਂ ਇਹਦੇ ਤੇ ਹੀ ਲੱਗੇ ਹੋਏ ਆ। ਤੇ ਬੜੀ ਗੱਲਬਾਤ ਕਰਨ ਲਈ ਸੋ ਡਾਕਟਰ ਦਰਸ਼ਨਪਾਲ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗਾਂ ਨੇ 2 ਵੱਡੀਆਂ, ਉਹ ਹੈਗੀਆਂ ਨੇ 3 ਖੇਤੀ ਕਾਨੂੰਨ ਰੱਦ ਕਰਵਾਉਣੇ ਤੇ MSP ਦਾ ਕਾਨੂੰਨੀਕਰਨ ਕਰਵਾਉਣਾ। ਲੇਕਿਨ ਜਿਹੜੀਆਂ 2 ਉਹਨਾਂ ਨੇ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜਿਹੜੀਆਂ 2 ਅਸੀਂ ਮੰਗਾਂ ਮੰਨੀਆਂ ਨੇ ਉਹ ਵੀ ਉਹਨਾਂ ਨੇ ਲਿਖਤੀ ਤੌਰ ਤੇ ਲੈਣਗੇ। किसान आगू योगेंद्र यादव जी इस वेले साढ़े नाल मौजूद ने। सर, मैं आपसे ये जानना चाहता हूँ, 4 जनवरी को जब बैठक है उससे पहले आपने ये नए ऐलान कर दिए, नई रणनीति ऐलान दी है, क्या आपको क्या लगता है कि आपको कोई शक है सरकार की नीयत पर? आपने वेट क्यों नहीं कही 4 जनवरी वाली बैठक की? बिल्कुल शक नहीं है साहब, हमने तो कहा है अगर 4 तारीख को अच्छा फैसला नहीं निकला तो हम 6 तारीख को KMP एक्सप्रेसवे पे जाएंगे, शाहजहांपुर बॉर्डर में आगे बढ़ेंगे, अगर मिल गया तो आपको लड्डू खिलाएंगे, प्रधानमंत्री को थैंक यू वेरी मच बोलेंगे, उसमें क्या बात है? आप कह रहे हैं कि शक नहीं है बिल्कुल, लेकिन पहले आप कई बार कह चुके हैं ये सरकार की नीयत नहीं लग रही है कि ये तीनों खेती कानून रद्द करेगी और MSP का कानूनीकरण बनाएगी। फिर आपको नहीं लगता है कि वाकई 4 जनवरी को कोई हल निकलेगा? जब आप बात में जाते हैं तो उम्मीद लेके और खुले मन से जाते हैं,
लेकिन जब आप कमरे में बैठते हैं तो पूरी तैयारी करके जाते हैं। तो दोनों चीज़ें एक साथ होंगी। खुले मन से उम्मीद लेके बातचीत करेंगे, ज़मीन पे लंबी लड़ाई की तैयारी लगातार करेंगे, उसमें ढिलाई नहीं आने देंगे। आज यहाँ पर ये बात भी कही गई है कि अगर ये मांगे ना मानी गई तो हरियाणा में सरकार गिरने तक हमारा आंदोलन जारी रहेगा। आपको नहीं लगता कि इससे मैसेज ये जाता है कि ये आंदोलन एक सियासी आंदोलन बनता जाएगा इससे, अगर सरकार गिरने की बातें आती हैं तो? हमने पहले दिन से कहा है कि बीजेपी के जितने भी एनडीए एलाइज हैं उन पे दबाव बनाना हमारा काम है। सिर्फ हरियाणा में नहीं, सब तरफ हमने कहा है। जहाँ जहाँ एनडीए एलाइज हैं उनको हम पूछेंगे तुम ऐसी पार्टी के साथ अलायंस में कैसे हो? अगर वो किसान विरोधी है तो तुम भी किसान विरोधी हो, और उसका हमारा टारगेट तो जेजेपी होनी ही चाहिए। वो पार्टी अपने आप को देवीलाल का वारिस बताती है, किसानों की राजनीति करती है। वो लोग ऐसे कानून का सपोर्ट कर सकते हैं, लानत की बात है, शर्म की बात है। बिल्कुल उसका अपोज करेंगे। उससे सरकार इनकी चढ़ती है तो चढ़े, गिरती है तो गिरे। जोगिंदर यादव जी, बीजेपी गवर्नमेंट बार बार ये बात कह रही है कि जो ये आंदोलन है इसके पीछे जो कांग्रेस का हाथ है, उन्होंने इस आंदोलन को पीछे से बढ़ाया है सरकार के विरुद्ध माहौल बनाने के लिए। तो इसका जवाब आप कैसे देंगे सरकार को? इसका जवाब मैं नहीं दूंगा, आप देंगे। आपके पास कैमरा है, आपके पास माइक है, जरा कांग्रेस का हाथ देख लो ना आप घूम के। यहाँ पे टिकरी बॉर्डर में क्या कांग्रेस का हाथ है, सिंगू बॉर्डर में क्या है, शाहजहाँपुर में क्या है। आप आओ, उसकी खबर दो। हो तो जरूर दिखाओ, नहीं हो तो उसका झूठ का पर्दाफाश करो। मैं अपने मुंह से क्या बोलूँ आप? लेकिन जो कांग्रेस वाले हैं उनसे हमारी जब बात होती है, चाहे संसद मेंबर हैं चाहे एमएलए हैं, वहाँ पे वो कहते हैं कि ये जो आंदोलन है इसमें सियासत की मदद लेनी पड़ेगी, इनको आखिर में सियासतदानों की मदद लेनी पड़ेगी, तभी ये आंदोलन आगे बढ़ेगा। तो आपको क्या लगता है कि ये गैर सियासी आंदोलन रह सकता है? देखिए, एक मायने में कोई आंदोलन इस मुल्क का ना गैर सियासी हो सकता है ना होना चाहिए। अगर बेरोजगारी का आंदोलन हो वो सियासी होगा, अगर गरीबी का आंदोलन हो वो सियासी होगा, यानी कि वो सियासत की ज़मीन को बदलेगा। लेकिन उसे सिर्फ और सिर्फ चुनाव के लिए इस्तेमाल करना वो बहुत नैरो है। चुनाव के लिए इस्तेमाल करने के सेंस में सियासी नहीं है। सियासी ज़मीन को बदलेगा, बिल्कुल बदलेगा। जब तक एजुकेशन का सवाल, हेल्थ का सवाल, गरीब का सवाल, मजदूरी का सवाल जब तक सियासी नहीं बनेंगे तब तक देश थोड़ी बदलेगा। बिल्कुल सियासत की ज़मीन बदलनी चाहिए। मैं ये नहीं चाहता कि इनमें से कोई बंदा खड़ा हो के चुनाव लड़े तो लड़े, मगर मैं चाहता हूँ अगला चुनाव किसान के सवाल पे लड़ा जाए। अगला चुनाव किसान के सवाल पर लड़ा जाए। लेकिन मैं आपसे ये पूछना चाहता हूँ, यहाँ पर बहुत सारे सवाल ऐसे उठ रहे हैं, जैसे जो किसान जथेबंदियाँ वो कह रही हैं कि फेडरल जो सिस्टम है उस पर एक तरीके से ये डाका है केंद्र सेंट्रल गवर्नमेंट का। तो एक ये सियासी सवाल है, क्योंकि ये तो सवाल जो उठाती है तो स्टेट गवर्नमेंट ज़्यादातर उठाती है सवाल। ये सियासी सवाल नहीं है, ये तो संवैधानिक सवाल है। ये जो 3 कानून हैं, ये जिस तरीके से पास किए गए हैं वो तो हमारे देश की जो संविधान में लिखा हुआ है उसके खिलाफ है। केंद्र सरकार को जिन चीज़ों का कानूनी हक नहीं है बनाने का, उस पर कानून बना रही है केंद्र सरकार। उस पर सवाल तो प्रशांत भूषण को भी उठाना चाहिए, मुझे भी उठाना चाहिए, हर लॉ के स्टूडेंट को उठाना चाहिए। जो इस देश के संविधान से प्यार करता है उन सबको उठाना चाहिए। मेरा आखिरी सवाल, पंजाब में इलेक्शन होने जा रही है नेक्स्ट ईयर। अरविंद केजरीवाल की जो पार्टी है आम आदमी पार्टी, यहाँ पर ये शो हो रहा है कि वो किसानों के साथ खड़ी है। लेकिन आप किस नज़रिए से देखते हैं आम आदमी पार्टी के अब तक जो कदम उठाए हैं किसान आंदोलन को लेकर? उठाए हैं क्या? जैसे विधानसभा में उन्होंने कॉपी के बिल पाड़ दिए हैं, कानूनों की कॉपी पाड़ी है, तो वाईफाई देने की बात करते हैं, ये कहते हैं कि हमारी सरकार आ गई तो हम एमएसपी की छूट ही देंगे, ऐसे वो वादे करते हैं पंजाब में। मैं आपसे सवाल नहीं पूछ रहा था, मैंने जवाब दे दिया था आपको, है? मैं इसलिए आपसे जानना चाहता हूँ, क्योंकि लोगों को जागरूक करना लोगों को जागरूक करना भी आपका ही काम है, क्योंकि बहुत सारे लोग हैं, जैसे कुछ लोग प्रभावित भी हो सकते हैं इस वादे से कि एमएसपी वो देंगे सभी फसलों पे। वो है, मेरे ख्याल में आप बिल्कुल जागरूक करोगे। इस मंच का इस्तेमाल मैं आम आदमी पार्टी या किसी एक पार्टी के बारे में चर्चा करके नहीं करना चाहता। इस वक्त सिर्फ रूलिंग पार्टी मुझे दिखती है, मुझे तो सिर्फ चिड़िया की आंख दिखती है। 3 कानून और 3 कानूनों को बनाने वाली पार्टी इस वक्त मुझे सिर्फ एक दिख रहा है, बाकी सब साइड के इशू। 4 जनवरी की मीटिंग से पहले कोई बात आप रखना चाहते हैं सेंट्रल गवर्नमेंट के आगे? कोई इच्छा है कि कौन से कैबिनेट मंत्री बीच में बैठने चाहिए मीटिंग में? मैंने तो बार बार कहा है जी कि कौन मंत्री मीटिंग में बैठते हैं इससे कोई फ़र्क नहीं पड़ेगा। इस देश में एक सबसे बड़ी वार्ता होने की ज़रूरत है। प्रधानमंत्री जी को नरेंद्र मोदी से वार्ता करने की ज़रूरत है कि भाई तेरी नाक बड़ी है,
या कि 15 करोड़ लोगों का दुख सुख पड़ा है। जिस दिन वो वार्ता हो गई, ये वार्ता तो 10 मिनट में पूरी हो जाएगी। लगता है प्रधानमंत्री किसान जत्थेबंदियों के साथ बैठेंगे मीटिंग में, वार्ता में? वो ना बैठे, मेरी कोई इच्छा नहीं है कि वो बैठें। बस वो अपने आप से, अपने दिल से, अपनी ज़मीर से बात कर लें कि लाखों किसान इस सर्दी में बैठा है, इसको देख के पत्थर पिघल जाए। तुम्हारा कलेजा नहीं पिघलता इससे? ਸ਼ੁਕਰੀਆ ਬਾਤ ਕਰਨੇ ਕੇ ਲਈ। ਸੋ ਜੋਗਿੰਦਰ ਯਾਦਵ ਜੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਖੁਦ ਇਹ ਗੱਲ ਸੋਚਣੀ ਚਾਹੀਦੀ ਹੈ, ਜਦੋਂ ਲੱਖਾਂ ਕਿਸਾਨ ਸੜਕਾਂ ਦੇ ਉੱਤੇ ਬੈਠਾ ਹੋਇਆ ਹੈ, ਹੱਡ ਚੀਰਵੀਂ ਠੰਡ ਦੇ ਵਿੱਚ ਉਹ ਬੈਠਾ ਹੋਇਆ ਹੈ ਤੇ ਇਸ ਦੇ ਨਾਲ ਕਈ ਹਿਰਦੇ ਵੀ ਵਲੂੰਦਰੇ ਜਾ ਰਹੇ ਨੇ, ਪਰ ਕੀ ਉਹਨਾਂ ਦਾ ਕਲੇਜਾ ਕਿਉਂ ਨਹੀਂ ਵਲੂੰਦਰਿਆ ਜਾ ਰਿਹਾ, ਇਸ ਬਾਰੇ ਉਹਨਾਂ ਨੂੰ ਖੁਦ ਸੋਚਣ ਦੀ ਲੋੜ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਗਮੋਹਨ ਸਿੰਘ ਜੀ ਇਸ ਵੇਲੇ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ, 4 ਸੂਤਰੀ ਏਜੰਡਾ ਤੁਸੀਂ ਕੇਂਦਰ ਸਰਕਾਰ ਨੂੰ ਭੇਜਿਆ ਸੀਗਾ। 2 ਮੰਗਾਂ ਵਿੱਚੋਂ ਕੇਂਦਰ ਸਰਕਾਰ ਕਹਿੰਦੀ ਹੈ ਅਸੀਂ ਮੰਨ ਲੀਆਂ 50% ਮਸਲਾ ਜਿਹੜਾ ਹੈਗਾ ਉਹ ਹੱਲ ਹੋ ਗਿਆ, ਬਾਕੀ ਦਾ ਜਿਹੜਾ ਹੈਗਾ 4 ਜਨਵਰੀ ਨੂੰ ਅਸੀਂ ਵਿਚਾਰਾਂਗੇ। ਵਾਕਈ 50% ਹੋ ਗਿਆ ਮਸਲਾ ਹੱਲ? ਨਹੀਂ, ਬਿਲਕੁਲ ਜੀ ਨਹੀਂ। ਪਹਿਲੀ ਗੱਲ ਇਹੋ ਜਿਹੀਆਂ ਗੱਲਾਂ ਮੈਥਮੈਟਿਕਸ ਨਹੀਂ ਹੁੰਦੀਆਂ, ਜਿਹੜੀਆਂ 2 ਗੱਲਾਂ ਸਾਡੇ ਨਾਲ ਮੰਨੀਆਂ ਨੇ ਮੀਟਿੰਗ ਦੇ ਵਿੱਚ, ਉਸ ਤੋਂ ਬਾਅਦ 'ਚ ਉਹਦੀਆਂ ਕਈ ਤਰ੍ਹਾਂ ਦੀਆਂ ਤੁਹਾਨੂੰ ਪੀਸੀ 'ਚ ਵੀ ਡਿਕਲੇਅਰ ਕੀਤਾ ਕਿ ਬਾਅਦ 'ਚ ਪ੍ਰੈਸ ਕਾਨਫਰੰਸ ਮੁੱਕਰੇ ਵੀ ਨੇ ਕਿਸੇ ਹੱਦ ਤੱਕ, ਸਾਨੂੰ ਅਜੇ ਲਿਖਤੀ ਰੂਪ 'ਚ ਮਿਲਿਆ ਨਹੀਂ। ਦੂਜੀ ਗੱਲ ਸਾਡਾ ਸੈਕੰਡਰੀ ਮਾਮਲਾ ਸੀ। ਪ੍ਰਾਇਮਰੀ ਦਾ ਸਾਡਾ ਤਿੰਨੇ ਕਾਨੂੰਨ, ਜਿਹੜੀਆਂ ਪਹਿਲੀਆਂ 2 ਗੱਲਾਂ ਨੇ, ਤਿੰਨੇ ਕਾਨੂੰਨ ਤੇ ਐਮਐਸਪੀ ਨੂੰ ਲੀਗਲ ਕਰਾਉਣਾ, ਸਿਰਫ ਐਮਐਸਪੀ ਲੀਗਲ, ਉਹਦੀ ਖਰੀਦ ਵੀ ਲੀਗਲ ਕਰਾਉਣਾ, ਪਹਿਲੀਆਂ 2 ਗੱਲਾਂ ਸਾਡੀਆਂ ਮੁੱਖ ਨੇ। ਪ੍ਰਾਇਮਰੀ ਅਸਲੀ ਹੱਥ ਹੀ ਸਾਡਾ ਉਹ ਆ, ਉਹਦਾ ਪੂਛ ਸੀ, ਜਿਹੜੀ ਪੂਛ ਸਾਡੇ ਕੋਲ ਪਛਾਣੀ ਨਹੀਂ ਜਾਂਦੀ ਹਾਥੀ ਦੀ ਕਿਹੜੀ ਦੀ ਸੀ, ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ। ਕੇਂਦਰ ਸਰਕਾਰ ਇਹ ਕਹਿ ਰਹੀ ਕਿ ਜਿਵੇਂ ਕਿਸਾਨਾਂ ਨੇ ਜਿਹੜਾ ਏਜੰਡਾ ਭੇਜਿਆ ਸੀਗਾ, ਉਹਨਾਂ ਦੇ ਵਿੱਚ ਅਸੀਂ ਵੀ ਜਿਹੜੀ ਉਹਨਾਂ ਦੀ ਗੱਲਾਂ ਮੰਨੀਆਂ ਨੇ, ਕੋਈ ਸਾਡੀਆਂ ਵੀ ਉਹਨਾਂ ਨੂੰ ਮੰਨਣੀਆਂ ਪੈਣਗੀਆਂ। ਜੇ ਕੱਲ ਨੂੰ ਕੇਂਦਰ ਸਰਕਾਰ ਕਹਿੰਦੀ ਕਿ ਹਾਂਜੀ ਅਸੀਂ ਐਮਐਸਪੀ ਦੀ ਤੁਹਾਨੂੰ ਸ਼ੋਰਟੀ ਦਿੰਦੇ ਹਾਂ, ਕਾਨੂੰਨੀਕਰਨ ਅਸੀਂ ਇਸ ਦਾ ਕਰ ਦਿੰਦੇ ਹਾਂ, ਲੇਕਿਨ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਕੀ ਤੁਸੀਂ ਫਿਰ ਮੰਨੋਗੇ ਕਿ ਹਾਂਜੀ ਠੀਕ ਹੈ? ਨਹੀਂ, ਐਸੀ ਕੋਈ ਗੱਲ ਨਹੀਂ ਜੀ। ਕੇਂਦਰ ਸਰਕਾਰ ਨੇ ਕਾਨੂੰਨ ਇਸੇ ਲਈ ਬਣਾਇਆ ਸੀ ਵੀ ਭਾਰਤ ਦਾ ਹਰ ਨਾਗਰਿਕ ਮੰਨੇ। ਹੁਣ ਸਮੁੱਚੇ ਭਾਰਤ ਦੀ ਆਮ ਲਕਾਈ ਇੱਥੇ ਖੜੀ ਹੋ ਗਈ ਸੰਘਰਸ਼ 'ਚ। ਅਸਾਮ ਤੋਂ ਲੈ ਕੇ ਤ੍ਰਿਪੁਰਾ ਤੋਂ ਲੈ ਕੇ ਕੇਰਲਾ ਦੀ ਵਿਧਾਨ ਸਭਾ ਤੋਂ ਲੈ ਕੇ ਰਾਜਸਥਾਨ ਤੋਂ ਲੈ ਕੇ ਸਾਰੇ ਲੋਕ ਇੱਥੇ ਆ ਗਏ ਨੇ। ਅਸੀਂ ਕੇਂਦਰ ਸਰਕਾਰ ਨੇ ਕਾਨੂੰਨ ਤਾਂ ਆਪਦੇ ਨਾਗਰਿਕ ਨੂੰ ਮਨਾਉਣ ਲਈ ਬਣਾਇਆ, ਸੰਵਿਧਾਨ ਦਾ ਹਿੱਸਾ ਬਣਾਇਆ। ਸੰਵਿਧਾਨ ਨੂੰ ਮੰਨਣਾ ਸਾਡਾ, ਅਸੀਂ ਸੰਵਿਧਾਨ ਤੋਂ ਬਾਗੀ ਹਾਂ। ਸੰਵਿਧਾਨ 'ਚ ਜਿਹੜੇ ਕਾਨੂੰਨ, ਜਿਹੜੇ ਪੇਜ ਨਵੇਂ ਦਰਜ ਹੋਏ ਨੇ ਤਿੰਨੇ ਕਾਨੂੰਨਾਂ ਦੇ, ਉਹਨਾਂ ਨੂੰ ਰੱਦ ਕਰਾਵਾਂਗੇ। ਇਹ ਕਾਲੇ ਪੇਜ ਨੇ ਸੰਵਿਧਾਨ ਦੇ, ਕੋਈ ਅਸੀਂ ਇਸ ਗੱਲ ਦੀ ਸਹਿਮਤੀ ਜੇ ਕੱਲ ਨੂੰ ਕੋਈ ਦਾਅ ਪੇ 4 ਜਨਵਰੀ ਨੂੰ ਰੱਖ ਦਿੱਤਾ ਜਾਂਦਾ, ਹਾਂਜੀ ਤੁਹਾਡੀ ਐਮਐਸਪੀ ਦੀ ਮੰਗ ਹੈਗੀ ਹੈ, ਅਸੀਂ ਪੂਰੀ ਕਰਦੇ ਹਾਂ, ਤੁਸੀਂ ਵੀ ਸਾਡੀ ਮੰਗ ਮੰਨ ਲਓ, ਤਿੰਨੇ ਕਾਨੂੰਨ ਜਿਹੜੇ ਹੈਗੇ ਨੇ ਉਹ ਇੱਕ ਵਾਰੀ ਇਸ ਗੱਲ ਨਾਲ ਕੋਈ ਨਹੀਂ। ਐਮਐਸਪੀ ਨੂੰ ਮੰਨ ਲੈਣਾ ਹੈ, ਇਹ ਕੋਈ ਗੱਲ ਨਹੀਂ ਬਣਦੀ। ਜੇ ਦੂਜੇ ਕਾਨੂੰਨ ਸਾਰੇ ਇੱਕ ਦੂਜੇ ਦੇ ਸਪਲੀਮੈਂਟ ਕਰਦੇ ਨੇ, ਜੇ ਇਹਨਾਂ ਨੇ ਸਟੋਰ ਹੀ ਨਹੀਂ ਕਰਨੀ, ਸਰਕਾਰੀ ਖਰੀਦ ਏਜੰਸੀਆਂ ਹੀ ਖਤਮ ਕਰਨੀਆਂ ਨੇ, ਐਫਸੀਆਈ ਨੂੰ ਸਮਾਪਤੀ ਦੇ ਲੈਣ ਦਾ, ਤਾਂ ਉਹ ਕੌਣ ਖਰੀਦੇਗਾ? ਇਹ ਵੀ ਝੂਠੀਆਂ ਗੱਲਾਂ। ਜਿਹੜੇ ਕੇਂਦਰੀ ਮੰਤਰੀਆਂ ਨਾਲ ਤੁਸੀਂ ਬੈਠਕਾਂ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਤੁਹਾਨੂੰ ਕੀ ਨਜ਼ਰ ਆਇਆ ਕਿ ਵਾਕਈ ਉਹਨਾਂ ਦੇ ਵਿੱਚ ਕੋਈ ਡਿਸੀਜਨ ਲੈਣ ਦੀ ਪਾਵਰ ਹੈ? ਜੇ ਕੱਲ ਨੂੰ ਜਿਹੜੇ ਵੱਡੇ ਮੁੱਦਿਆਂ ਤੋਂ ਗੱਲ ਹੁੰਦੀ ਹੈ, 4 ਜਨਵਰੀ ਨੂੰ ਕੀ ਚਾਹੁੰਦੇ ਹੋ? ਉਹੀ ਮੰਤਰੀ ਅੱਗੇ ਬੈਠਣ ਜਾਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਕਿਸੇ ਹੋਰ ਮੰਤਰੀ ਨੂੰ ਅੱਗੇ ਬਹਿਣਾ ਚਾਹੀਦਾ ਤੁਹਾਡੇ? ਨਹੀਂ, ਵੇਖੋ ਸਾਨੂੰ ਕਿਸੇ ਵਿਸ਼ੇਸ਼ ਵਿਅਕਤੀ ਦੀ ਲੋੜ ਨਹੀਂ ਹੈਗੀ। ਸਾਨੂੰ ਤਾਂ ਵੀ ਭਾਰਤ ਸਰਕਾਰ ਦਾ ਨੁਮਾਇੰਦਾ ਹੋਵੇ, ਜੋ ਸਾਡਾ ਕਮਿਟਮੈਂਟ ਕਰੇ, ਜੋ ਅਸੀਂ ਕਿਹਾ ਉਹ ਪੱਕੀ ਕਰੇ ਤੇ ਉਹਦੇ ਪੂਰਾ ਉਤਰੇ। ਤੁਸੀਂ ਕਹਿ ਰਹੇ ਹੋ ਕਿ ਕਿਸੇ ਹੋਰ ਦੀ ਲੋੜ ਨਹੀਂ, ਲੇਕਿਨ ਪਿਛਲੇ ਕਿਸੇ ਹੋਰ ਦੀ ਨਹੀਂ, ਕਿਸੇ ਵਿਸ਼ੇਸ਼ ਵਿਅਕਤੀ ਵਿਅਕਤੀ ਦੀ ਲੋੜ ਨਹੀਂ। ਮੋਦੀ ਚਾਹੀਦਾ, ਅਮਿਤ ਸ਼ਾਹ ਚਾਹੀਦਾ, ਇਹ ਨਹੀਂ। ਬੇਸ਼ੱਕ ਐਗਰੀਕਲਚਰ ਮਿਨਿਸਟਰ ਇਕੱਲਾ ਕਰੇ, ਗਰੁੱਪ ਆਉਂਦੇ ਨੇ, 3 ਮਿਨਿਸਟਰ ਘੱਟੋ ਘੱਟ ਉਹ ਤਾਂ ਆਉਂਦੇ ਹੀ ਰਹਿਣ। ਜੇ ਕਿਸੇ ਹੋਰ ਨੇ ਆਉਣਾ ਨਾਲ ਜੀ ਸਦਕੇ ਆਵੇ, ਪਰ ਸਾਡੇ ਨਾਲ ਜੋ ਕਮਿਟਮੈਂਟ ਕੀਤੀ ਤੇ ਪੂਰਾ ਉਤਰੇ। ਜਿਵੇਂ ਕਿ ਅੱਜ ਅਸੀਂ ਡਿਮਾਂਡ ਕੀਤਾ ਵੀ ਜਿਹੜੀ ਉਹ ਪੂਛ ਜਿਹੜੀ ਸੀ ਸਾਨੂੰ ਦੱਸਣ ਕੀ ਪ੍ਰਸਤਾਵਿਤ ਬਿਜਲੀ ਬਿੱਲ ਨੂੰ ਪੂਰਾ ਰੱਦ ਟੁੱਕਰੀ ਸੁੱਟਤਾ ਕਿ ਸਿਰਫ ਉਹ 'ਚੋਂ ਥੋੜਾ ਬਹੁਤਾ ਸਬਸਿਡੀ ਵਾਲਾ ਜਿਹੜੇ ਸੂਬੇ ਦਿੰਦੇ ਨੇ, ਉਸ ਸੂਬਾ ਸਰਕਾਰਾਂ ਛੱਡਤਾ ਤੇ ਸਬਸਿਡੀ ਲਓ ਨਾ ਲਓ। ਆਮ ਲੋਕਾਂ ਨਾਲ ਸੰਬੰਧਿਤ ਆ, ਆਮ ਲੋਕਾਂ ਨੂੰ ਬਿਜਲੀ ਮਹਿੰਗੀ ਮਿਲਣੀ ਆ। ਇਹ ਜਿਹੜੀਆਂ ਗਵਰਨਮੈਂਟ ਅੰਡਰਟੇਕਿੰਗ ਕਾਰਪੋਰੇਸ਼ਨਾਂ ਨੇ ਬੋਰਡ ਤੋੜ ਕੇ ਬਣਾਈਆਂ ਸੀ, ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਬਣਾ ਦੇਣਾ ਨੇ। ਇਹਨਾਂ ਨੇ ਪਹਿਲਾਂ ਮਤਲਬ ਜਿਵੇਂ ਆਪਾਂ ਮੋਬਾਈਲ ਫੋਨ ਦੇ ਸਿਮ ਲੈਂਦੇ ਆ, ਆਪਣੇ ਨੂੰ ਸਿਮ ਲੈ ਕੇ ਮੀਟਰ 'ਚ ਪਾਉਣੇ ਪਿਆ ਕਰਨਗੇ। ਜਦੋਂ ਨਾ ਉਹ ਸਿਮ ਖਤਮ ਹੋ ਗਿਆ, ਉਦੋਂ ਆਪਣੀ ਬਿਜਲੀ ਬੰਦ ਹੋ ਜਾ ਕਰੂਗੀ। ਇਹ ਤਾਂ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਦੇਣ ਜਾ ਰਹੇ ਨੇ। ਜੇ ਉਹ ਪੂਰਾ ਰੱਦ ਨਹੀਂ ਕਰਦੇ, ਔਰ ਜਿਹੜਾ ਮਤਲਬ ਉਹ ਜੋ ਖੇਤੀ ਖੇਤਰ ਨੂੰ ਛੋੜ ਦਿੱਤੀ ਹੈ ਵਾਤਾਵਰਨ ਵਾਲੇ ਕਾਨੂੰਨ ਦੇ ਵਿੱਚੋਂ, ਉਹਨੂੰ ਪੂਰੀ ਡਿਟੇਲ 'ਚ ਲਿਖਦੇ ਨਹੀਂ, ਖੇਤੀ ਖੇਤਰ ਤੇ ਉਹਦੇ ਨਾਲ ਸੰਬੰਧਿਤ ਧੰਦਿਆਂ ਨੂੰ ਛੋੜ ਦਿੰਦੇ ਆ ਵਾਤਾਵਰਨ 'ਚ, ਉਹਨਾਂ ਚਿਰ ਤਾਂ ਲੱਗਦਾ ਗਾਂ ਗੱਲ ਹੀ ਨਹੀਂ ਚੱਲਣੀ। ਨਹੀਂ, ਜਗਮੋਹਨ ਸਿੰਘ ਜੀ, ਸਵਾਲ ਇਹ ਹੈ ਕਿ ਜਦੋਂ ਦੇ ਖੇਤੀ ਮੰਤਰੀ ਨਾਲ ਤੁਹਾਡੀ ਬੈਠਕਾਂ ਹੋਣੀਆਂ ਸ਼ੁਰੂ ਹੋਈਆਂ ਨੇ, ਉਹਨਾਂ ਦਾ ਹਾਸਾ ਹੀ ਖੋਲਿਆ ਇੰਜ ਲੱਗਦਾ ਜਿਵੇਂ ਤੁਸੀਂ ਉਹ ਨਿਰਾਸ਼ ਜਿਹੇ ਬੈਠੇ ਹੁੰਦੇ ਨੇ, ਪ੍ਰੈਸ ਕਾਨਫਰੰਸਾਂ ਕਰਦੇ ਨੇ। ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਬੜੇ ਖੁਸ਼ ਹੋ ਕੇ ਕਹਿੰਦੇ ਨੇ ਕਿ ਖੇਤੀ ਕਾਨੂੰਨ ਜਿਹੜੇ ਲੈ ਕੇ ਆਏ ਆ, ਇਹ ਕਿਸਾਨਾਂ ਦੀ ਤਸਵੀਰ ਬਦਲ ਦੇਣਗੇ। ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਬਾਅ ਬਣਦਾ ਹਾਲੇ ਤਾਂ ਨਜ਼ਰ ਨਹੀਂ ਆਇਆ। ਖੇਤੀ ਮੰਤਰੀ ਦਾ ਫਿਰ ਵੀ ਥੋੜਾ ਜਿਹਾ ਆਪਾਂ ਦੇਖੀਏ ਉਹਦੇ ਚਿਹਰੇ ਤੋਂ ਝਲਕਦਾ ਹੈ ਕਿ ਉਹ ਨਿਰਾਸ਼ ਹੈਗੇ ਨੇ। ਅਸਲ 'ਚ ਨਾ ਮੈਂ 64 ਸਾਲ ਦਾ, ਮੈਂ 9 ਸਾਲ ਦਾ ਸੀ ਜਦੋਂ ਨਹਿਰੂ ਮਰਿਆ ਸੀ ਤੇ ਮੇਰਾ ਬਾਪ ਰੋਇਆ ਸੀ ਤੇ ਉਹਦੇ ਕੋਲ ਮੈਂ ਵੀ ਰੋ ਪਿਆ ਸੀ। ਮੈਂ ਪਾਕਿਸਤਾਨ ਦੇ ਬਾਰਡਰ ਤੇ ਰਹਿਣ ਵਾਲਾ, ਪਾਕਿਸਤਾਨ ਦੇ ਬਾਰਡਰ ਦੇ ਨਾਲ ਸਾਡਾ ਪਿੰਡ ਆ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਕੜਮਾ। ਤਾਂ ਜਦੋਂ ਸ਼ਾਸਤਰੀ ਮਰਿਆ ਸੀ ਨਾ ਪਾਕਿਸਤਾਨ ਦੀ ਲੜਾਈ ਨਾਲ ਤਾਸ਼ਕੰਦ ਦੇ ਵਿੱਚ ਰੂਸ 'ਚ, ਉਦੋਂ ਮੈਂ ਵੀ ਰੋਇਆ ਸੀ। ਪਰ ਉਦੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਆਏ ਨੇ, ਉਹ ਪਤਾ ਨਹੀਂ ਪ੍ਰਧਾਨ ਮੰਤਰੀ ਦੇਸ਼ ਦੇ ਹੋ ਸਕਦੇ, ਸਾਨੂੰ ਤਾਂ ਸਾਡੇ ਪ੍ਰਧਾਨ ਮੰਤਰੀ ਲੱਗਦੇ ਝੂਠ ਮਾਰਦੇ ਨੇ ਸਾਰੇ, ਪਰ ਮੋਦੀ ਦਾ ਮਹਾ ਝੂਠ ਮਾਰਦਾ। ਇਹਦੇ ਬਾਰੇ ਮੈਂ ਤੁਹਾਨੂੰ ਹੋਰ ਕੀ ਕਹਾਂ? ਕਿਉਂ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਝੂਠ ਮਾਰਦੇ ਨੇ? ਇੱਕ ਭਾਰਤ ਦੇ ਪ੍ਰਧਾਨ ਮੰਤਰੀ ਮੂੰਹ ਦੇ ਵਿੱਚ ਕੋਈ ਨਿਕਲਾ ਸ਼ਬਦ ਉਹ ਸੁਰਖੀਆਂ ਬਣਦਾ ਹੈ,
ਦੇਸ਼ ਦੁਨੀਆ ਦੇ ਅਖਬਾਰਾਂ ਦਾ, ਤੇ ਭਾਰਤ ਦੇ ਪ੍ਰਧਾਨ ਮੰਤਰੀ ਉੱਤੇ ਇੰਨਾ ਵੱਡਾ ਇਲਜ਼ਾਮ ਲੱਗਦਾ ਕਿ ਝੂਠ ਮਾਰਦੇ ਨੇ, ਕਿਉਂ ਮਾਰਦੇ ਨੇ, ਕੀ ਲੱਗਦਾ ਤੁਹਾਨੂੰ? ਉਹ ਜੇ ਅਥਾਰਟੇਰੀਅਨ ਨੇ, ਡਿਕਟੇਟਰਸ਼ਿਪ ਆ, ਫਾਸਿਸਟ ਆ, ਮੂੰਹ 'ਚ ਰਾਮ ਬਗਲ 'ਚ ਉਹਦੇ ਛੁਰੀ ਆ। ਸੋ ਤੁਸੀਂ ਸੁਣਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਉੱਤੇ ਵੀ ਭਰੋਸਾ ਨਹੀਂ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾ ਅਜਿਹਾ ਪ੍ਰਧਾਨ ਮੰਤਰੀ ਆਇਆ ਜਿਹੜੇ ਵੱਡੇ ਵੱਡੇ ਝੂਠ ਮਾਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਤਾਨਾਸ਼ਾਹੀ ਹੈਗੇ ਨੇ, ਇਹ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦਾ ਦੁੱਖ ਨਹੀਂ ਸਮਝਦੇ। ਕਿਸਾਨ ਪਿਛਲੇ ਲਗਭਗ 4 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ। ਪਹਿਲਾਂ ਪੰਜਾਬ ਦੇ ਵਿੱਚ ਬੈਠੇ ਹੋਏ ਸੀ, ਸੜਕਾਂ ਤੇ ਰੇਲਾਂ ਵੀ ਰੋਕੀਆਂ, ਉਸ ਤੋਂ ਬਾਅਦ ਮਜਬੂਰ ਹੋਏ ਦਿੱਲੀ ਦੀ ਘੇਰਾਬੰਦੀ ਕਰਨ ਲਈ, ਤੇ ਅੱਜ ਦਿੱਲੀ ਦੀ ਘੇਰਾਬੰਦੀ ਕੀਤਿਆਂ ਨੂੰ ਵੀ 37 ਦਿਨ ਹੋ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਹੁਣ 4 ਜਨਵਰੀ ਦੀ ਜਿਹੜੀ ਬੈਠਕ ਹੈਗੀ ਹੈ ਉਸ ਤੋਂ ਬਾਹਲੀ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦਾ ਰਵੱਈਆ ਲੱਗ ਰਿਹਾ ਹੈ, ਪਰ ਉਹ 4 ਜਨਵਰੀ ਦੀ ਬੈਠਕ ਦੇ ਵਿੱਚ ਜਾਣਗੇ। ਤੇ ਕੱਲ ਇੱਕ ਪ੍ਰੈਸ ਕਾਨਫਰੰਸ ਹੋਏਗੀ 12:30 ਵਜੇ ਦਿੱਲੀ ਦੇ ਪ੍ਰੈਸ ਕਲੱਬ ਦੇ ਵਿੱਚ, ਉੱਥੇ ਵੀ ਵੱਡੇ ਐਲਾਨ ਕੀਤੇ ਜਾਣਗੇ। ਹਰਿਆਣਾ ਦੇ ਕਿਸਾਨ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ ਸਿੰਘੂ ਬਾਰਡਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ। ਉਹਨਾਂ ਦਾ ਆਖਣਾ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹਰਿਆਣਾ ਦੇ ਵਿੱਚ ਅਸੀਂ ਸਰਕਾਰ ਡੇਗ ਦਿਆਂਗੇ। ਹਰਿਆਣਾ ਦੇ ਕਿਸਾਨ ਆਗੂ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਆਪਕਾ क्या नाम? मैं प्रदेश अध्यक्ष भारतीय किसान यूनियन लोक शक्ति से जगबीर गसोला। जी, सवाल ये है कि आपने कहा है कि सरकार गिर देंगे अगर हमारी मांगें नहीं मानी जाती। दुष्यंत चौटाला पर दबाव लगातार आपने बनाया हुआ है, आपको लगता है कि आज सरकार गिरने की बात करनी चाहिए या पहले मांगें मनवानी चाहिए? देखिए, सरकार के ऊपर दबाव बनाने के किसान और किसान प्रतिनिधियों ने पूरे हथकंडे सभी प्रकार के अपने बल प्रयोग करेंगे। हम कोशिश करेंगे सभी के ऊपर, जैसे आज जितनी भी बीजेपी और जेजेपी की जो रैलियां थी सभी स्थगित कर दी गई हैं, वो सभी भूमिगत हो गए हैं। कोई भी नेता कोई अपना प्रोग्राम नहीं रख पा रहा, तो सरकार के ऊपर दबाव है। और जेजेपी का तो बिल्कुल बहुत भारी विरोध हो रहा है, जिन्होंने किसानों के नाम पे वोट लेकर के आज जो खट्टर सरकार की गोदी के अंदर बैठकर किसानों की कमर तोड़ने का काम कर रहे हैं। और किसानों को जैसे जिस प्रकार से ठंड के अंदर 37 दिन तक यहाँ बैठा रखा है, अगर वो किसान हितैषी और किसानों के परिवार से होते तो आज किसानों की दुर्दशा नहीं होती। मैं आपसे जानना चाहता हूँ, आपका क्या नाम? रणवीर फौजी। रणवीर जी, सरकार गिरने से क्या होगा? सवाल तो ये है कि अगली जो सरकार आएगी वहाँ पर एक कांग्रेस सरकार पहले राज किया है, वहाँ पर और भी गठजोड़ सरकारें रही हैं पहले, तो इसमें आपको क्या लगता है कि ये मसला कैसे हल करवाया जाएगा? वाकई दुष्यंत चौटाला पर दबाव तो आपने बनाया हुआ है, इसमें नो डाउट, अगर सरकार गिर जाती क्या उससे कोई दबाव पड़ेगा इस आंदोलन पर? मैं रणवीर फौजी, प्रदेश महासचिव भारतीय किसान यूनियन चरखी दादरी से। जी जी, जो ये आज आंदोलन इतना पीक पर है, ये 36 बिरादरी का जो किसान है उसका आंदोलन है, एक पंजाब का और हरियाणा का नहीं है। बात रही हरियाणा की जो सरकार की, हरियाणा की सरकार तो पहले भी सरकार, हरियाणा के लोगों ने सरकार नहीं बनाई है, क्योंकि जो चौधरी देवीलाल थे बहुत ही सम्मानित नेता थे, उनके जो पड़पोते हैं दुष्यंत चौटाला, उनको इस आस के ऊपर प्रजा ने मत दिया था कि किसानों का भला करेगा। भला करने के बजाय ये अपनी सत्ता के लालच में और खट्टर के साथ चिपक के बैठ गया, और आज इतना मजबूर हो गया, उधर कुआ और इधर खाई। अगर सरकार छोड़ता है तो मर गया, और किसानों के साथ आता है तो मर गया, क्योंकि इसकी मजबूरी होगी। और इन्होंने सोच लिया अगर हम करें जाए तो जाए कहाँ, क्योंकि वो समय अभी सरकार गिराता ना, वो समय जा चुका है पीछे। अभी इसको हरियाणा की जो जनता है, जो जाट लैंड कहते हैं या किसान लैंड कहते हैं, वो बिल्कुल इसको इग्नोर कर चुका है। तो आने वाले समय में सरकारें कोई भी हो, हमारे सरकारों से, हम पॉलिटिकल आदमी नहीं है, सरकारों से कोई, हम तो ये चाहते हैं कि किसान के जो ऊपर बगैर पूछे, किसान संगठन है, किसान करने वाले लोग हैं, उनसे किसी से ये नहीं पूछा गया। अभी 3 काले कानून कोरोना काल में लेके आए, तो इतना जो मोदी सरकार ने इतना घिनौना काम किया है, और आज इतना माइनस ठंड में ये पूरे हिंदुस्तान का किसान बैठा है दिल्ली में, तो सरकार ने इसके ऊपर विचार करना चाहिए। नहीं तो आज जो किसान दिल्ली में आ रखा है, दिल्ली सिंधु बॉर्डर हो, शाहजहाँ बॉर्डर हो, टीकरी बॉर्डर हो, उसके अंदर जो युवा है वो इतनी अंगड़ाई ले रहा है। ये तो मैं इस नेतृत्व जो किसानों का है इसको सलाम करता हूँ, कितने अनुशासन तरीके से लोकतांत्रिक ढंग से इसको चला रहे हैं। तो सरकार ने इसके ऊपर बिल्कुल सोचना चाहिए, नहीं तो आने वाले समय में सरकार को बहुत ही मुश्किलों का सामना करना पड़ेगा। आज आपने एक फैसला ये भी लिया है हरियाणा के किसान जथेबंदियों ने कि टोल फ्री किए जाएंगे सभी टोल प्लाजा, हरियाणा के, पंजाब के तो पहले ही बड़ी देर से बंद है, 4-5 महीने हो चुके हैं वहाँ पर बंद होने को। आपको क्या लगता है कि आप टोटली जितने भी हरियाणा के टोल प्लाजे हैं वो फ्री कर पाएंगे? नौजवान वहाँ पे रात को भी पूरा पहरा देंगे? मैं इनको टोल फ्री नहीं कहूँगा, ये लूट के अड्डे हैं, क्योंकि ये लूट के अड्डे जो सरकार ने बना रखे हैं, इनको बिल्कुल ऑलरेडी हरियाणा में फ्री कर रखा है। ये 2 जगह बची हैं, कल हम कॉल छोड़ेंगे तो 2, एक रेवाड़ी के पास है और एक और है, वो 2 टोल प्लाजा फ्री करने का हम कल
जो जाके धरने के ऊपर कॉल करेंगे तो उसको बिल्कुल बंद करेंगे। हमारी योगेंद्र यादव जी से बात हुई है क्योंकि वो उनके एरिया में पड़ता है। तो दूसरा ये है इसके साथ साथ हम जो अंबानी और अडानी के जो ये मॉल है इनका भी बहिष्कार करेंगे। और जितने नेता हैं, एमपीज हैं, एमएलएज हैं, मंत्री हैं, उनका भी गांव में घुसने के लिए बहिष्कार किया जाएगा। जो जैसे हरियाणा में खाप परंपरा है, जितनी भी खापें हैं, सांगवान खाप है, फोगाट खाप है, मलिक खाप है, उन्होंने पहले ही बहिष्कार कर चुके हैं और नेता बिल्कुल बिल में जा बढ़े हैं। तो ये बिल्कुल किसानों के हित में ये कानून जो है ये वापस लेना ही पड़ेगा सरकार को। अगर मसला फिर भी हल नहीं होता तो उसके बाद आप क्या करेंगे? मसला हल होगा क्योंकि लोकतंत्र के अंदर जो लोकतंत्र ढंग से जो आंदोलन चल रहे हैं उसमें बड़ी ताकत होती है। क्योंकि अब ये पूरे हिंदुस्तान का नहीं रहा है, पूरे विदेशों में भी इसकी आलोचना हो रही है। और मोदी ने जो ये दिखाया था लोगों का कि भाई अच्छे दिन आएंगे, तो पूरा जो वर्ल्ड है वो वर्ल्ड इसकी निंदा कर रहा है। अब मोदी ने कितने सपने देखे थे, 56 इंच का छीना था, ये कराया था, ये तरह तरह की इसने जो जुमले थे, जो झूठ थी, वो इसकी बिल्कुल दुनिया के सामने आ चुकी हैं। और बिल्कुल ये तानाशाह बना के सरकार चलाना चाहता है ना, ये नहीं चलेगा। 4 जनवरी की बैठक से कोई आपको उम्मीद है? ना, मैं हमारे को तो पहले भी नहीं थी उम्मीद और अभी नहीं लग रहा। क्योंकि अगर उम्मीद होगी तो 26 जनवरी जो होगी ना, ये मेरा बोलना तो नहीं बनता कि मैं एक छोटा आगा करने वाले वो हैं। तो 26 जनवरी तक इनको पता चल जाएगा कि किसान क्या करेगा दिल्ली में। क्या करेगा किसान दिल्ली में? अपनी मांगे मनवाएगा अपने किस तरह, तरीके से क्या कैसे मार्च करेगा? अपने तरीके से वो ट्रैक्टर लेके आएगा दिल्ली के ऊपर। जो 26 जनवरी का झंडा जो लहराएगा वो किसान लहराएगा। फैसला थोड़ा कुछ समय में लिया, वो कुछ समय में लिया जाएगा फैसला। अभी जो आगे मीटिंगें होंगी उनमें ये बातें होंगी। 26 जनवरी बड़े दिन के एहसान झंडा लहराएंगे। हम भी जा सकते हैं, हम भी देश के वासी हैं। फौज में बॉर्डर के ऊपर हमने पहरे दिए हैं, नाके लगाए हैं, वो ओपी लगाई हैं। तो ये क्या जाने, किसान का नेता बॉर्डर पर है, किसान का बेटा है, किसान का बेटा फौज में जाता है, किसान नेता का बेटा जो रात को खेतों में पानी देता है। तो ये कितनी दुखदायी बात है। क्या आपको लगता है कि क्या स्थिति बन सकती है देश की? क्योंकि जो एक्स सर्विसमैन है, जो रिटायर हो चुके हैं फौज में सेवा निभा के, लगभग 3 लाख तो पंजाब की गिनती बनती है उनमें से, हरियाणा की भी बहुत सारी गिनती बनती है उनमें से। अगर वो साबका फौजी यहाँ पर दिल्ली में आकर बैठ जाए, अभी बैठे भी हुए हैं, अगर सभी आ जाएं, बगावत कर दें, तो क्या लगता है कि वाकई आने वाले समय में हालात बिगड़ सकते हैं देश के? मैं आपके चैनल के माध्यम से बताना चाहता हूँ, जो बॉर्डर के ऊपर जवान डटा है, जो दुश्मन को भी घास की तरह काटता है, आज उसका भाई और बाप और बहन बेटी आज दिल्ली में बैठी हैं, तो उसके दिल पर क्या गुजर रही होगी? जब वो दुश्मन के साथ कुछ कर सकता है तो ये देश में गृह युद्ध कराना चाहता है। मोदी देश के अंदर गृह युद्ध कराना चाहता है क्या? क्यों नहीं? किसानों ने कानून मांगे नहीं, हाथ जोड़ के स्वीकार करे। इतना घमंडी और इतना निठल्ला नहीं होना चाहिए, हाथ जोड़ के कहना चाहिए हमारी से गलती होगी और किसान भाइयों सम्मान के साथ आप घर जाओ और हम तीनों कानून वापस ले रहे हैं। बात ही कुछ नहीं है। अभी तक पीछे कभी कदम नहीं खींचे भारतीय प्रधानमंत्री ने, जितने भी पहले डिसीजन लिए हैं, धारा 370 हो गया, कभी पैर पीछे मुड़ के नहीं देखा उन्होंने। उसके बाद राम मंदिर का मुद्दा हो गया, उस पर भी पीछे नहीं मुड़ के देखा। 3 तलाक का मुद्दा हो गया, NCR का मुद्दा हो गया। जो भी फैसले लिए नरेंद्र मोदी ने, नोटबंदी का फैसला लिया, उन्होंने पैर कभी पीछे नहीं खींचे। तो अभी भी ये लग रहा है कि वो पैर पीछे नहीं खींचेंगे। आपको क्या लगता है कि ये प्रधानमंत्री जो पैर पीछे खींचना ही नहीं जानता है, तो क्या किसान सफल हो सकेंगे अपनी मांगे बनवाने में? ये भाई मैं आपके चैनल के माध्यम से बताना चाहता हूँ, ये इनके पॉलिटिकल मुद्दे थे, वोट बैंक था। ये उन्होंने इसलिए पैर पीछे नहीं खींचे, वोट बैंक था। और देश को सपने दिखाए थे, अब मैं 15 लाख खाते में डालूंगा, 2 करोड़ रोजगार दूंगा, अनेकों 151 घोषणाएं थी इनकी। आज 1 लाख ने देश को कंगाल बना दिया और जिले जिले में तहसील के ऊपर इन्होंने बीजेपी के दफ्तर खोल दिए, बीजेपी के एजेंट बना दिए। पता नहीं हिंदुस्तान की जो दुर्दशा इतनी खराब होगी, एक आदमी सोचने पर मजबूर होगी। लोगों की तनख्वाहें काटे जा रही हैं, लोगों के जो भत्ते हैं वो काटे जा रहे हैं। किसान को मार दिया, कर्मचारी को मार दिया, व्यापारी को मार दिया। लेकिन 2-2 हज़ार रुपये खाते में डाला नरेंद्र मोदी ने। साल का 6,000 रुपये कुछ आता आई थिंक खाते में किसान के। उस पैसे को आप किस नज़रिए से देखते हैं? उस पैसे को उसके ऊपर हमारे को हंसी आती है। एक दिन के 17 रुपया हैं। ये ऊँट के मुंह में जीरे के माफिक है। अरे 6,000 रुपये में हम कितना बड़ा प्रोडक्ट तैयार कर लेंगे? हम मकान किराए पे लेंगे या बच्चों को रोटी देंगे, या बच्चों को एक किसान जो जाते हैं, जो भेड़ बकरी और गाय पाल के जो गुजारा करता है राजस्थान और हरियाणा के बॉर्डर के ऊपर, आप जाके देखो दूर सा, वो 6,000 रुपये में तो आज ये कहते हैं हमने विकास किया 6 साल में। विकास नहीं किया, इन्होंने विनाश किया देश का। वह बसें नहीं जाती हैं। इतना बुरा हाल देश का मोदी सरकार ने कर दिया। मैं किसी भी सरकार को भला नहीं कहूँगा, क्योंकि अब किसान जाग चुका है। इन्होंने सोया हुआ शेर उठा दिया और आने वाले समय में
देश का जो प्रधानमंत्री होगा वो किसान का बेटा होगा। ਕਿਆ ਬਾਤ ਹੈ। ਸੋ ਹਰਿਆਣਾ ਦੇ ਕਿਸਾਨ ਆਗੂ ਨੇ, ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨ ਦਾ ਬੇਟਾ ਹੋਏਗਾ। ਜੋ ਮੌਜੂਦਾ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਥੇ ਗ੍ਰਹਿ ਯੁੱਧ ਵਰਗੇ ਹਾਲਾਤ ਬਣਾ ਦਿੱਤੇ ਨੇ। ਜਵਾਨ ਜਿਹੜੇ ਫੌਜਾਂ ਬੰਦੂਕਾਂ ਲੈ ਕੇ ਅੱਜ ਕਿਸਾਨਾਂ ਦੀਆਂ ਮਾਵਾਂ ਦੇ ਅੱਗੇ, ਕਿਸਾਨਾਂ ਦੇ ਪਿਤਾ ਦੇ ਅੱਗੇ ਤੇ ਉਹਨਾਂ ਦੇ ਬੱਚਿਆਂ ਦੇ ਅੱਗੇ ਬੰਦੂਕਾਂ ਲੈ ਕੇ ਖੜੇ ਨੇ। ਉਹ ਵੀ ਕਿਸਾਨਾਂ ਦੇ ਪੁੱਤ ਹੈਗੇ ਨੇ। ਇਸ ਕਰਕੇ ਉਹ ਵੀ ਬਹੁਤ ਅੱਜ ਦੁਖੀ ਹੈਗੇ ਨੇ, ਅੰਦਰੋਂ ਦਿਲੋਂ ਵੀ ਦੁਖੀ ਹੈਗੇ ਨੇ ਕਿ ਦੇਸ਼ ਦੇ ਕੀ ਹਾਲਾਤ ਬਣ ਗਏ ਨੇ। ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਹਰਿਆਣਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਟੋਲ ਪਲਾਜ਼ੇ ਬਿਲਕੁਲ ਫ੍ਰੀ ਕਰ ਦਾਂਗੇ, ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਹੀ ਕੀਤੇ ਹੋਏ ਨੇ। ਇਸ ਕਰਕੇ ਉਹਨਾਂ ਨੇ ਅਗਲੀ ਰਣਨੀਤੀ ਅੱਜ ਐਲਾਨ ਦਿੱਤੀ ਹੈ। ਹਰਿਆਣਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤੇ ਨਾਲ ਹੀ ਜਦੋਂ ਤੱਕ ਇਹ ਸਰਕਾਰ ਨਹੀਂ ਡਿੱਗ ਜਾਂਦੀ, ਖੱਟੜ ਸਰਕਾਰ ਉੱਥੇ ਨਹੀਂ ਡਿੱਗ ਜਾਂਦੀ, ਦੁਸ਼ਮਣ ਚੌਟਾਲਾ ਅਸਤੀਫਾ ਨਹੀਂ ਦਿੰਦੇ। ਸੋ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ 4 जनवरी ਦੀ बैठक ਦਾ ਹੁਣ ਨਤੀजा ਕੀ निकलता है। मैं एक बात और आपके साझा करना चाहता हूँ। आज जो हरियाणा के 17 संगठनों की मीटिंग हुई है, उसमें फैसला लिया गया जो हरियाणा की जो भी आंदोलन से संबंधित कॉल होंगी वो टेकरी बॉर्डर से छोड़ी जाएंगी। इसमें एक हरियाणा संयुक्त मोर्चा का गठन किया गया है, इसमें 17 संगठन शामिल हैं। तो टेकरी बॉर्डर से उनको जो भी आंदोलन संबंधित कॉल होंगी वो वहीं से छोड़ी जाएगी। ਨਿਕਲਦਾ ਹੈ। ਸਿੰਘੂ ਬਾਰਡਰ ਤੋਂ ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋर्ट, ਹਮਦਰਦ TV।